ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸੀਐਮ ਭਗਵੰਤ ਮਾਨ ਨੇ ਅਫਸਰਾਂ ਨੂੰ ਦਿੱਤੇ ਆਦੇਸ਼, ਮੋਹਾਲੀ ਏਅਰਪੋਰਟ ਤੋਂ ਵਿਦੇਸ਼ਾਂ ਵਿੱਚ ਡਾਇਰੈਕਟ ਫਲਾਈਟ ਦੇ ਲਈ ਕੇਂਦਰ ਅਤੇ AAI ਨਾਲ ਤਾਲਮੇਲ ਕਰੇ। ਵਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ, ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ। ਅਗਲੀ ਸੁਣਵਾਈ 30 ਮਈ ਨੂੰ। ਅਤੇ ਦੁੱਧ ਦੇ ਭਾਅ ਵਧਾਉਣ ਤੇ ਨਹੀਂ ਬਣੀ ਸਹਿਮਤੀ, ਬਲਕਿ ਸਰਕਾਰ ਦੀ ਮੁੜ ਹੋਵੇਗੀ ਡੇਅਰੀ ਐਸੋਸੀਏਸ਼ਨ ਨਾਲ ਮੀਟਿੰਗ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਈ ਅਹਿਮ ਮੀਟਿੰਗ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਏਅਰਪੋਰਟ ਦੇ ਅਫਸਰਾਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਕਈ ਅਹਿਮ ਪਹਿਲੂਆਂ ਤੇ ਚਰਚਾ ਕੀਤੀ ਗਈ। ਖਾਸ ਮੁੱਦਾ ਰਿਹਾ ਜਿਹੜੀਆਂ ਵਿਦੇਸ਼ਾਂ ਨੂੰ ਫਲਾਈਟਸ ਜਾਂਦੀਆਂ ਨੇ ਉਸਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਦੇ ਨਾਗਰਿਕ ਉਡਾਨ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਵਿਦੇਸ਼ਾਂ ਦੇ ਲਈ ਡਾਇਰੈਕਟ ਫਲਾਈਟ ਦੇ ਲਈ ਅਫਸਰ ਕੇਂਦਰੀ ਨਾਗਰਿਕ ਉਡਾਨ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਤਾਲਮੇਲ ਕਰੇ। ਮਾਨ ਨੇ ਕਿਹਾ ਹੈ ਕਿ ਖਾਸ ਤੌਰ ਤੇ ਕੈਨੇਡਾ, ਅਮਰੀਕਾ ਤੇ UK ਦੇ ਲਈ ਫਲਾਈਟ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਇਸ ਵੇਲੇ ਮੋਹਾਲੀ ਏਅਰਪੋਰਟ ਤੋਂ ਦੁਬਈ ਅਤੇ ਸ਼ਾਰਜਾ ਦੇ ਲਈ ਸਿਰਫ 2 ਹੀ ਇੰਟਰਨੈਸ਼ਨਲ ਫਲਾਈਟਸ ਚੱਲ ਰਹੀਆਂ ਨੇ। ਨਾਗਰਿਕ ਉਡਾਨ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ ਮਾਨ ਨੇ ਕਿਹਾ ਹੈ ਕਿ ਕੈਨੇਡਾ, ਅਮਰੀਕਾ, UK, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਨੇ। ਜੇਕਰ ਡਾਇਰੈਕਟ ਫਲਾਈਟ ਸ਼ੁਰੂ ਹੋ ਜਾਂਦੀ ਹੈ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਆਪਣੇ ਜੱਦੀ ਥਾਵਾਂ ਤੇ ਆਉਣ ਜਾਣ ਵਿੱਚ ਦਿੱਕਤ ਦੂਰ ਹੋਵੇਗੀ। ਇਸ ਨਾਲ ਉਹਨਾਂ ਨੂੰ ਕਾਫੀ ਸੁਵਿਧਾ ਮਿਲੇਗੀ। ਉਧਰ ਬਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ। ਪਰ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਵੱਲੋਂ ਵੀ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਤੇ ਹੁਣ ਇਸ ਦੀ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ। ਡਰੱਗ ਕੇਸ ਵਿੱਚ ਫਸੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸਟੇਟਸ ਰਿਪੋਰਟ ਉਹਨਾਂ ਦਾ ਮੰਗੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ। ਮਜੀਠੀਆ ਨੇ ਡਰੱਗ ਕੇਸ ਖਾਰਿਜ ਕਰਨ ਦੇ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕਿਹਾ ਗਿਆ ਸੀ। ਮਜੀਠੀਆ ਇਸ ਵੇਲੇ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਬੰਦ ਨੇ। ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹਨਾਂ ਦੀ ਜ਼ਮਾਨਤ ਖਾਰਿਜ ਕਰ ਦਿੱਤੀ ਗਈ ਹੈ। ਹੁਣ ਉਹ ਨਵੇਂ ਸਿਰੇ ਤੋਂ ਜ਼ਮਾਨਤ ਦੀ ਕੋਸ਼ਿਸ਼ ਕਰ ਰਹੇ ਨੇ। ਉਧਰ ਪੰਜਾਬ ਦੇ ਵਿੱਤ ਮੰਤਰੀ ਅਤੇ ਪੰਚਾਇਤ ਮੰਤਰੀ ਦੇ ਨਾਲ ਡੇਅਰੀ ਐਸੋਸੀਏਸ਼ਨ ਵੱਲੋਂ ਮੀਟਿੰਗ ਕੀਤੀ ਗਈ। ਦੁੱਧ ਦੇ ਭਾਅ ਵਧਾਉਣ ਅਤੇ ਹੋਰ ਵੀ ਕਈ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਮੀਟਿੰਗ ਹੋਈ। ਪਰ ਤੁਹਾਨੂੰ ਦੱਸਦੀ ਕਿ ਇਸ ਦੌਰਾਨ ਕੋਈ ਸਹਿਮਤੀ ਨਹੀਂ ਹੋਈ ਤੇ ਕਿਹਾ ਜਾ ਰਿਹਾ ਕਿ ਭਲਕੇ ਫਿਰ ਤੋਂ ਮੀਟਿੰਗ ਕੀਤੀ ਜਾਵੇਗੀ। ਦੁੱਧ ਦੇ ਭਾਅ ਤੇ ਹੋਰ ਮੰਗਾਂ ਨੂੰ ਲੈ ਕੇ ਪ੍ਰੋਗਰੈਸਿਵ ਡੇਅਰੀ ਫਾਰਮਸ ਐਸੋਸੀਏਸ਼ਨ ਦੇ ਲੀਡਰਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਸੋਮਵਾਰ ਨੂੰ ਮੀਟਿੰਗ ਕੀਤੀ, ਜਿਸ ਵਿੱਚ ਡੇਅਰੀ ਕਿਸਾਨਾਂ ਨਾਲ ਜੁੜੇ ਕਈ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਕੋਈ ਸਹਿਮਤੀ ਨਾ ਬਣ ਸਕੀ, ਜਿਸ ਕਾਰਨ ਮੰਗਲਵਾਰ ਨੂੰ ਸ਼ਾਮ 4 ਵਜੇ ਮੁੜ ਮੀਟਿੰਗ ਹੋਵੇਗੀ। ਇਸ ਮੀਟਿੰਗ ਮਗਰੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪ੍ਰੋਗਰੈਸਿਵ ਡੇਅਰੀ ਫਾਰਮਸ ਐਸੋਸੀਏਸ਼ਨ ਦੇ ਲੀਡਰਾਂ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਸਹਿਮਤੀ ਨਹੀਂ ਬਣ ਸਕੀ, ਇਸ ਲਈ ਮੰਗਲਵਾਰ ਸ਼ਾਮ ਫਿਰ ਤੋਂ ਮੀਟਿੰਗ ਹੋਵੇਗੀ। ਉਹਨਾਂ ਕਿਹਾ ਹੈ ਕਿ ਸਰਕਾਰ ਹਰ ਪਹਿਲੂ ਦੀ ਗੰਭੀਰਤਾ ਨਾਲ ਘੋਖ ਕਰ ਰਹੀ ਹੈ। ਉਹਨਾਂ ਨਾਲ ਹੀ ਕਿਹਾ ਹੈ ਕਿ ਅਸੀਂ ਇਹਨਾਂ ਦੀ ਹਰ ਮੰਗ ਤੇ ਚਰਚਾ ਕਰ ਰਹੇ ਹਾਂ। ਉਮੀਦ ਹੈ ਕਿ ਮਾਮਲਾ ਜਲਦੀ ਹੱਲ ਹੋਵੇਗਾ। ਕਿ ਸਾਡੇ ਨਾਲ ਜਿਹੜੇ ਡੇਅਰੀ ਫਾਰਮਿੰਗ ਦੇ ਬਹੁਤ ਵੱਡੇ ਸਾਡੇ ਆਗੂ ਨੇ, ਉਹ ਬਹੁਤ ਵੱਡਾ ਇਹਨਾਂ ਦਾ ਮਿਲਕ ਫੈਡ ਦੇ ਵਿੱਚ ਯੋਗਦਾਨ ਹੈ। ਅਸੀਂ ਆਪਣੇ ਵਿੱਤ ਮੰਤਰੀ ਜੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਬੈਠ ਕੇ ਮੀਟਿੰਗ ਕੀਤੀ ਹੈ। ਬਹੁਤ ਸਾਰੇ ਪੱਖਾਂ ਨੂੰ ਅਸੀਂ ਵਿਚਾਰਿਆ ਔਰ ਬਹੁਤ ਸਾਰੀਆਂ ਜਿਹੜੀਆਂ ਫਾਰਮਰਸ ਨੇ ਸਾਨੂੰ ਦੱਸੀਆਂ, ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸਾਨੂੰ ਦੁਰਸਤ ਲੱਗੀਆਂ। ਔਰ ਇੱਕ ਗੱਲ ਪੱਕੀ ਹੈ ਕਿ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ 'ਚ ਡੇਅਰੀ ਫਾਰਮਿੰਗ ਨੂੰ ਜਿਹੜਾ ਉਹ ਕਦੇ ਵੀ ਨੁਕਸਾਨਦੇਹ ਹੋ ਦੂਗੀ। ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਡੇਅਰੀ ਫਾਰਮਿੰਗ ਜਿਹੜੀ ਆ ਇਹਨੂੰ ਬਚਾਇਆ ਜਾਵੇ। ਸੋ ਇਹਦੇ ਕਈ ਹੋਰ ਪੱਖਾਂ ਤੇ ਅਸੀਂ ਵਿਚਾਰ ਕਰਨਾ ਚਾਹੁੰਦੇ ਹਾਂ। ਇਸ ਕਰਕੇ ਕੱਲ੍ਹ ਦੁਬਾਰਾ 4 ਵਜੇ ਅਸੀਂ ਫਿਰ ਮੀਟਿੰਗ ਕਰਾਂਗੇ। ਜਥੇਬੰਦੀ ਦੇ ਆਗੂ ਵੀ ਹੋਣਗੇ, ਸਾਡੇ ਅਫਸਰ ਵੀ ਹੋਣਗੇ, ਚੀਮਾ ਸਾਹਿਬ ਵੀ ਹੋਣਗੇ, ਮੈਂ ਵੀ ਹੋਊਗਾ। ਕੱਲ੍ਹ 4 ਵਜੇ ਅਸੀਂ ਦੁਬਾਰਾ ਮੀਟਿੰਗ ਕਰਕੇ ਤੁਹਾਨੂੰ ਫਿਰ ਦੱਸਾਂਗੇ ਕਿ ਸਾਡਾ ਕੀ ਸਰ ਰੇਟ ਵਾਲੀ ਮੰਗ ਕੀਤੀ ਜਾ ਰਹੀ ਹੈ। ਸਰ ਕਈ ਚੀਜ਼ਾਂ ਸਰ ਜੋ ਜਥੇਬੰਦੀ ਨੇ ਕਿਹਾ, ਅਸੀਂ ਕਈ ਚੀਜ਼ਾਂ ਵਿਚਾਰ ਰਹੀਆਂ। ਉਹ ਸਾਰੀਆਂ ਚੀਜ਼ਾਂ ਦਾ ਕੀ ਸਿੱਟਾ ਨਿਕਲਦਾ ਕੱਲ ਤੁਹਾਨੂੰ ਅਸੀਂ ਇੱਕ ਚੀਜ਼ ਹੋਰ ਦੱਸ ਦਿਓ, ਜਿਹੜੀ 20 ਰੁਪਏ ਵਾਲਾ ਉਹਦੇ ਤੁਸੀਂ ਐਲਾਨ ਕਰਿਆ ਸੀ, ਉਹ ਲਾਗੂ ਹੋ ਚੁੱਕਿਆ ਜਾਂ ਉਹ ਇਸ ਮੀਟਿੰਗ ਤੋਂ ਬਾਅਦ ਫਾਈਨਲ ਹੋ ਕੇ ਹੋਏਗਾ? ਨਹੀਂ, ਉਹ ਤਾਂ ਲਾਗੂ ਹੋਇਆ ਜਿਹੜਾ ਉੱਥੇ ਹੋਇਆ। ਪਰ ਉਹ ਤੋਂ ਇਲਾਵਾ ਵੀ ਹੋਰ ਵੀ ਕਈ ਚੀਜ਼ਾਂ, ਕਿਉਂਕਿ 20 ਰੁਪਏ ਦਾ
ਮਸਲਾ ਨਹੀਂ ਨਾ ਹੱਲ ਹੋਇਆ। ਜੇ ਮਸਲਾ ਹੱਲ ਹੋ ਜਾਂਦਾ ਫਿਰ ਦੁਬਾਰਾ ਆਪਾਂ ਨੂੰ ਅੱਜ ਬੈਠਣ ਦੀ ਲੋੜ ਨਹੀਂ। ਸਾਡੀ ਦੋਨੋਂ ਕੋਆਪਰੇਟਿਵ ਮਿਨਿਸਟਰ ਤੇ ਡੈਰੀ ਮਿਨਿਸਟਰ ਦੋਨਾਂ ਨਾਲ ਮੀਟਿੰਗ ਹੋਈ ਆ, ਅਧਿਕਾਰੀਆਂ ਨਾਲ ਮੀਟਿੰਗ ਹੋਈ ਆ। ਮੀਟਿੰਗ ਅੱਜ ਦੀ ਡੇਟ ਤਾਂ ਪੋਜ਼ਿਟਿਵਲੀ ਹੋਈ ਆ, ਪਰ ਸਾਡੀ ਕੋਈ ਸਹਿਮਤੀ ਨਾ ਬਣਨ ਕਰਕੇ ਕੁਝ ਉਹਨਾਂ ਨੇ ਮਨਜ਼ੂਰੀਆਂ ਲੈਣੀਆਂ। ਉਹਨਾਂ ਨੇ ਕਿਹਾ ਵੀ ਸਾਨੂੰ ਦੇਖ ਲੈਣ ਤੋਂ ਵੀ ਅਸੀਂ ਜਿੱਥੋਂ ਕੀ ਫੰਡ ਕਿੱਥੋਂ ਆਊਗਾ, ਜਿਹੜੀ ਸਾਡੀ ਮੰਗ ਆ ਵੀ ਸਾਨੂੰ ਟਾਈਮ ਦਿਓ। ਉਹਨਾਂ ਨੇ ਟਾਈਮ ਮੰਗਿਆ ਸਾਡੇ ਕੋਲ ਕੱਲ੍ਹ ਤੱਕ ਦਾ। ਕੱਲ੍ਹ 4 ਵਜੇ ਦੁਬਾਰਾ ਮੀਟਿੰਗ ਹੈ ਜੀ। ਇਹ ਲੀਟਰ ਦੁੱਧ ਦਾ ਰੇਟ ਸਾਡਾ ਤਕਰੀਬਨ ਬਣੇ, ਉਹਦੇ ਲਈ ਅਸੀਂ ਉਹੀ ਮੰਗ ਹੈ। ਉਧਰ ਆਮ ਆਦਮੀ ਪਾਰਟੀ ਦੇ ਕੌਂਸਲਰ ਲਖਬੀਰ ਸਿੰਘ ਦਾ ਇੱਕ ਆਡੀਓ ਵਾਇਰਲ ਹੋਇਆ ਸੀ, ਜਿਸ ਦੇ ਚੱਲਦੇ ਉਹਨਾਂ ਤੇ ਕਈ ਤਰ੍ਹਾਂ ਦੇ ਆਰੋਪ ਵੀ ਲੱਗ ਰਹੇ ਸੀ, ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਤੇ ਉਹਨਾਂ ਨੇ ਸਫਾਈ ਦਿੱਤੀ ਹੈ। ਚੰਡੀਗੜ੍ਹ ਦੇ ਕਜੇੜੀ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਲਖਬੀਰ ਸਿੰਘ ਉਰਫ ਬਿੱਲੂ ਦੀ ਬੀਤੇ ਦਿਨੀ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਉੱਤੇ ਰੇਹੜੀ ਫੜੀ ਵਾਲਿਆਂ ਤੋਂ ਪੈਸੇ ਲੈਣ ਦੇ ਇਲਜ਼ਾਮ ਲੱਗੇ ਸੀ ਤੇ ਜਿਸ ਤੋਂ ਬਾਅਦ ਵਿਰੋਧੀ ਧਿਰ ਉਹਨਾਂ ਤੇ ਲਗਾਤਾਰ ਹਮਲਾਵਰ ਹੋ ਰਿਹਾ ਸੀ ਤੇ ਇਸ ਦੀ ਜਾਂਚ ਦੀ ਮੰਗ ਕਰ ਰਿਹਾ ਸੀ। ਇਸ ਦਰਮਿਆਨ ਕੌਂਸਲਰ ਲਖਬੀਰ ਸਿੰਘ ਨੇ ਇਸ ਆਡੀਓ ਉੱਤੇ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਰਮੇਸ਼ ਨਾਂ ਦੇ ਨੌਜਵਾਨ ਨੇ ਉਹਨਾਂ ਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਉਸੇ ਨੌਜਵਾਨ ਦੀ ਸ਼ਰਾਰਤ ਹੈ। ਉਹਨਾਂ ਕਿਹਾ ਹੈ ਕਿ ਜੋ ਵੀ ਦੋਸ਼ੀ ਹੈ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਇਹ ਲਗਾਤਾਰ ਮੰਡੀ ਵਿੱਚ ਸਫਾਈ ਦਾ ਮਾਮਲਾ ਉਹਨਾਂ ਵੱਲੋਂ ਉਠਾਇਆ ਗਿਆ ਸੀ ਤੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇੱਥੇ 8 ਸਾਲਾਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਤੇ ਲਗਾਤਾਰ ਇੱਥੇ गंदगी खिल रही रहती है। एक हमारे रमेश जी हैं 52 सेक्टर किसान कॉलोनी के, तो वो पहले हमारी पार्टी में थे। उनका हो गया एक दिन फ्रिज ख़राब, तो वो मैंने अपने यार दोस्त की दुकान है टीवी की, धर्मेंद्र टीवी वाला नाम है दुकान का, बिट्टू नाम है शॉर्टकट उसका। मैंने किस्तों पे वहाँ से उठा दिया, 2800 किस्त कर ली जी। तो मेरे को जब किस्त देने टाइम मेरे को बोला तू दे भी, मैंने बोला भैया मैं क्यों दूँ जी, मेरे तो पहले इलेक्शन पे इतने पैसे लगे हुए हैं भी, मैंने तो अभी लोगों को भी देने हैं। तो वो उस लड़के के साथ रोज़ रलकर मंडी में रात को कलेक्शन इकट्ठी कराता था। जैसे मैं अब हाउस मीटिंग होती थी, किसी सीनियर अफसर से मिलना, किसी मेयर सेवा से मिलना, किसी से भी मिलना, तो मैं कई बार ना अपना फ़ोन उसको दे देता था रमेश जी को। तो वो पता नहीं फ़ोन से कैसे इन्होंने किया, वो जो रिकॉर्डिंग है किसी कुआड़िए से पूछ सकते हो, मेरी वाइब्रेशन कर सकते हो कि कभी काउंसलर आया आपसे पैसे मांगे किसी से, और मंडी में जाकर पूछ सकते हो भी किसी ने भी काउंसलर ने कभी भी 1 रुपया मांगा किसी से, मैं फ्री मंडी करवाने को बोल रहा हूँ। 2 ये जो रिकॉर्डिंगें हैं जो भी हैं, पहले तो किसी से भी इन पर इंक्वायरी की जाए भी हाँ मेरा फ़ोन रमेश ने यूज किया है, इसी पे रहता था मेरा फ़ोन। तो ये उस लड़के के साथ रोज़ाना घूमता है और रोज़ाना उस लड़के पे भी कार्रवाई की जाए। अब वो उसने क्या किया, ये धमका कर इसको मंडी वालों को, बेचारों को, गरीबों को 2 बारी मैंने गाड़ी मोड़ी जी वहाँ से जाकर। ये पैसे ले रहे हैं, फिर गाड़ी क्यों आ रही है, ना मेरा लगा रहे हैं वहाँ पे। आप चाहते हैं इंक्वायरी हो? हाँ जी, इनको सज़ा दी जाए भी है। यहाँ सरकारी गरीबों से भी पैसा क्यों ले रहे सरकारी ज़मीन से। ਉੱਥੇ ਹੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਆਮ ਆਦਮੀ ਪਾਰਟੀ ਉੱਤੇ ਲਗਾਤਾਰ ਇਲਜ਼ਾਮ ਲਗਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਪਾਰਟੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਆਖਦੀ ਸੀ, ਲੇਕਿਨ ਖੁਦ ਹੀ ਭ੍ਰਿਸ਼ਟਾਚਾਰ ਕਰ ਰਹੀ ਹੈ ਤੇ ਕੀ ਅਜਿਹੇ ਭ੍ਰਿਸ਼ਟਾਚਾਰ आम आदमी पार्टी के पार्षदों की रोज़ किसी ना किसी चंडीगढ़ के इलाके से कोई ना कोई वीडियो वायरल होती जा रही है, जिसमें ये देखा जा रहा है कि वो गरीबों की जेबों पे कैसे बोझ डाल डाल के उनके गले पे अंगूठा रख रख के पैसे मांग रहे हैं। मैं 4 महीने पहले की बात करूंगी, जब एमसी के इलेक्शन थे तो इलेक्शनों के दिनों में ये कहा गया था कि 20,000 लीटर पानी फ्री दिल्ली की तरह मिलेगा, बिजली फ्री होगी, बच्चों की स्कूल की शिक्षा संस्थान सुधरेंगे और इसके साथ साथ मोहल्ला क्लिनिक चलाई जाएंगी। लेकिन इन चीज़ों का 4 महीने तक कहीं कोई नामो निशान नहीं है। हाँ, घूसखोरी जो है वो बढ़ती जा रही है और जिस प्रकार आप सब नागरिकों के सामने, चंडीगढ़ का हर एक नागरिक ये जान चुका है कि किस तरीके से वायरल हो रही हैं पार्षदों की वॉइस, और उसमें ये दिया जा रहा है कि किस तरीके से वो लोगों से पैसे मांग रहे हैं। जो चंडीगढ़ के प्रशासक महोदय हैं, अब चंडीगढ़ के प्रशासक महोदय हैं कि आप कम से कम जो सिद्धांतहीन लोग हैं ना इनका कोई सिद्धांत है, ना नीति है, ना पॉलिसी है, ऐसे पार्षद की सदस्यता रद्द की जाए। ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਉੱਤੇ ਵਿਰੋਧੀ ਧਿਰ ਵੀ ਇਲਜ਼ਾਮ ਲਗਾ ਰਿਹਾ ਹੈ ਤੇ ਲੇਕਿਨ ਆਮ ਆਦਮੀ ਪਾਰਟੀ ਦੇ ਕੌਂਸਲਰ ਆਪਣੇ ਆਪ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਨੇ ਅਤੇ ਉਹਨਾਂ ਦੀ ਵਾਇਰਲ ਆਡੀਓ ਨੂੰ ਉਹਨਾਂ ਨੂੰ ਫਸਾਉਣ ਦੀ ਸਾਜ਼ਿਸ਼ ਕਰਾਰ ਦੇ ਰਹੇ ਨੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ।
ਇੱਕ ਵਾਰ ਫਿਰ ਤੋਂ ਸਰਵਸੰਮਤੀ ਦੇ ਨਾਲ ਫੋਸਪੈਕ ਦਾ ਨਵਾਂ ਚੇਅਰਮੈਨ ਬਣਾ ਦਿੱਤਾ ਗਿਆ ਹੈ। ਬਲਵਿੰਦਰ ਸਿੰਘ ਬਿੱਟੂ ਇੱਕ ਵਾਰ ਫਿਰ ਤੋਂ ਚੌਥੀ ਵਾਰ ਲਗਾਤਾਰ ਇਸ ਦੇ ਚੇਅਰਮੈਨ ਬਣੇ ਨੇ। ਫੋਸਵੈਕ ਦੇ ਚੇਅਰਮੈਨ ਮੁੜ ਤੋਂ ਬਲਜਿੰਦਰ ਸਿੰਘ ਬਿੱਟੂ ਨੂੰ ਲਗਾਇਆ ਗਿਆ ਹੈ। ਬਿੱਟੂ ਲਗਾਤਾਰ ਚੌਥੀ ਵਾਰ ਫੋਸਵੈਕ ਦੇ ਚੇਅਰਮੈਨ ਬਣੇ ਹਨ। ਫੋਸਵੈਕ ਦੀਆਂ ਚੋਣਾਂ ਦੇ ਲਈ ਜਿੱਥੇ ਇੱਕ ਵਾਰੀ ਮੁੜ ਤੋਂ ਕਰਮਚਾਰੀਆਂ ਨੇ ਸਰਬਸੰਮਤੀ ਦੇ ਨਾਲ ਬਲਜਿੰਦਰ ਸਿੰਘ ਬਿੱਟੂ ਨੂੰ ਚੇਅਰਮੈਨ ਘੋਸ਼ਿਤ ਕਰ ਦਿੱਤਾ, ਉੱਥੇ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਚੇਅਰਮੈਨ ਮੰਨ ਵੀ ਲਿਆ ਗਿਆ। ਬਲਜਿੰਦਰ ਸਿੰਘ ਨੇ ਪਿਛਲੇ 2 ਸਾਲ ਦੇ ਕਾਰਜਕਾਲ ਤੇ ਆਪਣੀਆਂ ਉਪਲਬਧੀਆਂ ਜਿੱਥੇ ਗਣਵਾਈਆਂ ਤੇ ਨਾਲ ਹੀ ਤੇ ਮੁੜ ਤੋਂ ਚੇਅਰਮੈਨ ਬਣਾਉਣ ਦੇ ਲਈ ਉਹਨਾਂ ਨੇ ਰੈਜ਼ੀਡੈਂਟਸ ਦਾ ਜਿੱਥੇ ਧੰਨਵਾਦ ਕੀਤਾ ਹੈ ਤੇ ਨਾਲ ਹੀ ਉਹਨਾਂ ਨੂੰ ਭਰਪੂਰ ਵੀ ਸਮਰਥਨ ਮਿਲਦਾ ਹੋਇਆ ਦਿਸਿਆ। ਲਗਾਤਾਰ ਤੀਜੀ ਵਾਰ ਫੋਸਵੈਕ ਦੇ ਚੇਅਰਮੈਨ ਚੁਣੇ ਜਾਣ ਵਾਲੇ ਬਿੱਟੂ ਨੇ ਕਿਹਾ, ਲੋਕਾਂ ਦਾ ਵਿਸ਼ਵਾਸ ਹੈ ਤੇ ਉਸ ਤੇ ਮੈਂ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੂੰਗਾ। ਮੈਂ ਵੱਖ-ਵੱਖ ਐਸੋਸੀਏਸ਼ਨਾਂ ਤੋਂ ਆਏ ਜਿੰਨੇ ਮੇਰੇ ਦੋਸਤ ਭਰਾ ਭੈਣਾਂ, ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇੱਕ ਦੁਬਾਰਾ ਮੌਕਾ ਦਿੱਤਾ ਹੈ। ਜਿੱਦਾਂ ਕਿ ਲੇਡੀਜ਼ ਦੀ ਗੱਲ ਕਰੀਏ, ਮਿਸਿਸ ਸੰਧੂ, ਨਜਾਵਨ ਜੀ, ਢਿੱਲੋਂ ਮੈਡਮ ਬੈਠੇ ਹੈ, ਕਮਲ ਬਰਾੜ ਬੈਠੇ ਹੈ, ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਤੁਸੀਂ ਆਪਣੀ ਵੀ ਟੀਮ ਬਣਾਓ, ਇੱਕ ਲੇਡੀਜ਼ ਦੀ ਟੀਮ। ਕਿਉਂ ਆਪਾਂ ਇੱਥੇ ਆ ਕੇ ਗੱਲਾਂ ਤਾਂ ਕਰਦੇ ਆ, ਪਰ ਜਦੋਂ ਇਹਨਾਂ ਨੂੰ ਕੰਮ ਕਰੀਏ ਤਾਂ ਕੰਮ ਵੇਲੇ ਕੋਈ ਨਹੀਂ ਆਉਂਦਾ। ਮੇਰਾ ਮਤਲਬ ਇਹ ਹੈ ਕਿ ਅਸੀਂ ਇਹ ਨਾ ਹੋਵੇ ਕਿ ਜਦੋਂ ਅਸੀਂ ਬੁਲਾਈਏ ਤੁਸੀਂ ਆਓ, ਤੁਸੀਂ ਸਾਨੂੰ ਬੁਲਾਓ ਕਿ ਅਸੀਂ ਇੱਥੇ ਜਾਣਾ, ਸਾਨੂੰ ਇਹ ਕੰਮ ਹੈ। ਕਿਉਂ ਲੇਡੀਜ਼ ਦੇ ਜਿਹੜੇ ਕੰਮ ਹੁੰਦੇ ਆ ਉਹ ਅਲੱਗ ਹੁੰਦੇ ਆ ਕੋਈ ਨਾ ਕੋਈ। ਇਹ ਨਹੀਂ ਹੈ ਕਿ ਅਸੀਂ ਜਿਵੇਂ ਕਰਨਲ ਸਾਹਿਬ ਦੇ ਪਾਰਕ, ਅਸੀਂ ਪਿਛਲੇ ਮਹੀਨੇ ਇਹਨਾਂ ਦੇ ਗਏ ਸੀਗੇ AGM ਤੇ, ਇਹਨਾਂ ਨੇ 3-3 ਫੁੱਟ ਦੀਆਂ ਸ਼ੀਲਡਾਂ ਲਾਈਆਂ ਹੋਈਆਂ ਸੀ ਉਹਦੇ ਵੱਡੀਆਂ ਕਿ ਸਾਨੂੰ ਇਹ ਫਸਟ ਪ੍ਰਾਈਜ਼ ਮਿਲਿਆ ਚੰਡੀਗੜ੍ਹ ਦੇ ਵਿੱਚ। ਕਿਉਂ ਇਹਨਾਂ ਦੀ ਇੱਕ ਸ਼ੀਲਡ ਦੇਖ ਕੇ ਅਗਲੇ ਵਾਰੀ ਕਹਿੰਦਾ ਜੀ ਇਹਨਾਂ ਨੂੰ ਕੈਂਸਲ ਕਰ ਦਾਂਗੇ। ਮੈਨੂੰ ਨਹੀਂ ਸਮਝ ਆਇਆ ਕੀ ਪੋਲਿਟਿਕਸ ਚੱਲ ਰਹੀ ਹੈ। ਹੁਣ ਇੱਕ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਤੋਂ ਕੰਮ ਕਿਉਂ ਛੁਡਵਾਉਣਾ ਚਾਹੁੰਦੇ ਹੋ ਤੁਸੀਂ? ਅੱਜ ਕੋਈ 5 ਬੰਦੇ ਮੈਂਬਰ ਬਣ ਜਾਣ ਤੇ ਉਹਦੇ ਕਿਉਂ ਸੁਸਾਇਟੀ ਐਕਟ ਹੈ, ਇਹਦੀ ਆਪਾਂ ਘਰ ਦੇ ਵੀ 6 ਮੈਂਬਰ ਬਣ ਜੇ ਤਾਂ ਇੱਕ ਸੁਸਾਇਟੀ ਬਣ ਜਾਂਦੀ ਹੈ। ਅਸੀਂ ਸੁਸਾਇਟੀਆਂ ਉਹ ਦੇਖੀਏ ਕਿ ਜਿਹੜੇ 20 ਸਾਲ ਤੋਂ ਕੰਮ ਕਰ ਰਹੇ ਨੇ। ਇਹ ਨਹੀਂ ਹੈ ਕਿ ਅੱਜ ਨਵੀਂ ਸੁਸਾਇਟੀ ਬਣੀ ਤਾਂ ਉਹਨਾਂ ਨਵਾਂ ਕੰਮ ਦੇ ਦਿਓ। ਮੈਨੂੰ ਤਾਂ ਲੱਗਦਾ ਇਹਦੇ ਪਿੱਛੇ ਕੋਈ ਪੋਲੀਟੀਕਲ ਸਿਸਟਮ ਹੈ ਇੱਦਾਂ ਦਾ ਕਿ ਜਾਂ ਕੋਈ ਦੇਖੋ। ਦੱਸ ਦਈਏ ਕਿ ਪਿਛਲੇ ਲਗਾਤਾਰ 4 ਸਾਲਾਂ ਤੋਂ ਫੋਸਵੈਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੂੰ ਬਣਾਇਆ ਜਾ ਰਿਹਾ ਤੇ ਇਸ ਵਾਰ ਮੁੜ ਤੋਂ ਸਰਬਸੰਮਤੀ ਦੇ ਨਾਲ ਬਲਜਿੰਦਰ ਸਿੰਘ ਬਿੱਟੂ ਨੂੰ ਚੇਅਰਮੈਨ ਘੋਸ਼ਿਤ ਕਰ ਦਿੱਤਾ ਗਿਆ। ਸਭ ਤੋਂ ਵੱਡਾ ਸਾਡਾ ਏਜੰਡਾ ਹੈ ਕਿ ਜਿਵੇਂ ਹਾਊਸਿੰਗ ਬੋਰਡ ਦੀਆਂ ਪ੍ਰੋਬਲਮਸ ਨੇ, ਬਾਕੀ ਜਿਵੇਂ ਅੱਜ ਕੱਲ੍ਹ ਅਸੀਂ ਇਲੈਕਟ੍ਰਿਸਿਟੀ ਦੀਆਂ ਪ੍ਰੋਬਲਮਸ ਆ ਰਹੀਆਂ, ਪਾਣੀ ਦੀਆਂ ਪ੍ਰੋਬਲਮ ਹੈ, ਹਾਊਸ ਟੈਕਸ ਦੀਆਂ ਪ੍ਰੋਬਲਮ ਨੇ। ਅਸੀਂ ਮੈਕਸਿਮਮ ਜਿੰਨੇ ਵੀ ਕੰਮ ਹੋ ਸਕਦੇ ਹੋ ਆਪਣੀ ਟੈਨਿਓਰ 'ਚ ਕਰਾਏ ਜਾਣਗੇ। ਜਿਨ੍ਹਾਂ ਦੀਆਂ ਵੀ ਸੈਕਟਰਾਂ 'ਚ ਪ੍ਰੋਬਲਮ ਹੈ ਉਹਨਾਂ ਦੀ ਵੀ ਪ੍ਰੋਬਲਮ ਸਾਰੀਆਂ। ਮੈਂ ਤਾਂ ਸਰਕਾਰ ਨੂੰ ਰਿਕੁਐਸਟ ਕਰਾਂਗਾ, ਅਪੀਲ ਕਰਾਂਗਾ, ਇੱਕ ਬੰਦੇ ਨੇ ਜਦੋਂ ਚੀਜ਼ ਲਈ ਹੈ, ਇੱਕ ਬੰਦੇ ਨੇ ਜਗ੍ਹਾ ਲਈ ਹੈ 10 ਲੱਖ ਰੁਪਏ ਦੀ, ਅੱਜ 10 ਕਰੋੜ ਰੁਪਏ ਦੀ ਉਹਦੀ ਜ਼ਮੀਨ ਆ, ਉਹ ਤੇ ਟੈਕਸ ਉਹਦੇ ਜਦੋਂ ਉਹਨੇ ਲਈ ਉਸ ਸਿਸਟਮ ਨਾਲ ਲੱਗਣਾ ਚਾਹੀਦਾ, ਅੱਜ ਦੀ ਪ੍ਰਾਈਸ ਤੇ ਨਹੀਂ ਲੱਗਣਾ ਚਾਹੀਦਾ। ਜਦੋਂ ਉਹਨੇ 5 ਲੱਖ ਦਾ ਫਲੈਟ ਲਿਆ ਉਹਦੇ 5 ਲੱਖ ਤੇ ਟੈਕਸ ਲਾਓ ਨਾ। ਅੱਜ ਕਰੋੜ ਰੁਪਏ ਦਾ, ਕਰੋੜ ਰੁਪਇਆ ਉਹਨੇ 5 ਲੱਖ ਖਰਚਾ, 1 ਕਰੋੜ ਰੁਪਇਆ ਹੋਇਆ ਉਹਦਾ। ਉਹ ਅੱਜ ਦੇ ਪੈਸੇ, ਅੱਜ ਦਾ ਕਲੈਕਟਰ ਰੇਟ ਨਹੀਂ ਹੋਣਾ ਚਾਹੀਦਾ। ਜਦੋਂ ਉਹਨੇ ਜੋ ਚੀਜ਼ ਲਈ ਸੀ ਉਸ ਦੇ ਹਿਸਾਬ ਨਾਲ ਕਲੈਕਟਰ ਰੇਟ ਹੋਣਾ ਚਾਹੀਦਾ। ਨਹੀਂ, ਸਰਕਾਰ ਤਾਂ ਮੈਨੂੰ ਇਹੀ ਲੱਗਦਾ ਕਿ ਜਿਹੜੇ ਚੰਡੀਗੜ੍ਹ ਦੇ ਬੰਦੇ ਰਹਿੰਦੇ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਨਵੇਂ ਬੰਦੇ ਆਣ ਕੇ ਸਾਨੂੰ ਨਵੇਂ ਟੈਕਸ ਮਿਲਣ। ਕਿਉਂ ਜਿਨ੍ਹਾਂ ਨੇ ਚੰਡੀਗੜ੍ਹ ਬਣਾਇਆ ਉਹ ਇੱਥੇ ਕਿਉਂ ਨਾ ਰਹਿਣ? ਉਹਨਾਂ ਦੀ ਪ੍ਰਾਇੋਰਟੀ ਪਹਿਲਾਂ ਹੈ, ਉਹ ਇੱਥੇ ਰਹਿਣਗੇ। ਨਵੇਂ ਬੰਦੇ ਸਾਨੂੰ ਜ਼ਰੂਰ, ਨਵੇਂ ਬੰਦੇ ਤੇ ਟੈਕਸ ਲਾਉਣ ਨਾ, ਪੁਰਾਣੇ ਬੰਦੇ ਤੇ ਟੈਕਸ ਲਾਉਣ ਦੀ ਲੋੜ ਨਹੀਂ। ਤੁਸੀਂ ਕਿਸ ਤਰ੍ਹਾਂ ਆਵਾਜ਼ ਚੱਕੋਗੇ? ਅਸੀਂ ਤਾਂ ਐਜੀਟੇਸ਼ਨ ਵੀ ਕਰਾਂਗੇ, ਪ੍ਰੋਟੈਸਟ ਵੀ ਕਰਾਂਗੇ, ਜਿੱਦਾਂ ਦੀ ਵੀ ਸਾਨੂੰ ਕੰਮ ਕਰਨਾ ਪਿਆ ਅਸੀਂ ਕਰਾਂਗੇ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਸੜਕੀ ਹਾਦਸਿਆਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਘਟਾਉਣ ਦੇ ਲਈ ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇੱਕ ਨਵਾਂ ਕਦਮ ਚੁੱਕਿਆ ਹੈ। ਉਹਨਾਂ ਵੱਲੋਂ ਅਵੇਅਰਨੈਸ ਕੈਂਪ ਲਗਾਏ ਜਾ ਰਹੇ ਨੇ। ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲੋਂ ਨਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਗਲਤੀ ਕਰਦਾ ਫੜਿਆ ਗਿਆ ਤਾਂ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ, ਖਾਸ ਤੌਰ ਤੇ ਜਿਹੜੇ ਨਾਬਾਲਿਗ ਡਰਾਈਵਿੰਗ ਕਰ ਰਹੇ ਹੁੰਦੇ ਨੇ।
ਸਿਟੀ ਬਿਊਟੀਫੁਲ ਵਿੱਚ ਲਗਾਤਾਰ ਸੜਕ ਹਾਦਸਿਆਂ ਵਿੱਚ ਇਜ਼ਾਫਾ ਹੋ ਰਿਹਾ ਹੈ, ਜੋ ਕਿ ਇੱਕ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਇੱਕ ਤਾਂ ਨੌਜਵਾਨ ਪੀੜ੍ਹੀ ਬਿਨਾਂ ਹੈਲਮਟ ਤੇ ਡਰਾਈਵਿੰਗ ਕਰਦੀ ਹੈ। ਸ਼ਹਿਰ ਵਿੱਚ ਕਈ ਨਾਬਾਲਿਗ ਅਜਿਹੇ ਹਨ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੁੰਦੇ। ਉਹ ਵੀ ਦੋਸਤਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਟੂ ਵੀਲਰ ਭਜਾਈ ਫਿਰਦੇ ਨੇ। ਅਜਿਹੇ ਵਿੱਚ ਸੜਕ ਹਾਦਸਿਆਂ ਵਿੱਚ ਵਾਧਾ ਹੋਣਾ ਲਾਜ਼ਮੀ ਹੈ। ਉੱਥੇ ਹੀ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ। ਇੱਕ ਜਾਣਕਾਰੀ ਦੇ ਮੁਤਾਬਿਕ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਬੱਚੇ ਮੋਟਰਸਾਈਕਲ, ਐਕਟਿਵਾ ਵਰਗੇ ਟੂ ਵੀਲਰ ਚਲਾ ਰਹੇ ਨੇ। ਇਹਨਾਂ ਤੋਂ ਹਾਦਸਿਆਂ ਵਿੱਚ ਤੇਜ਼ੀ ਆ ਰਹੀ ਹੈ। ਅਜਿਹੇ ਵਿੱਚ ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਚਿਲਡਰਨ ਟ੍ਰੈਫਿਕ ਪਾਰਕ ਵਿੱਚ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿੱਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਾਹਨ ਚਲਾਉਣ ਨੂੰ ਦਿੱਤਾ ਜਾਂਦਾ ਹੈ ਤਾਂ 4 ਲੋਕਾਂ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। 18 साल से कम उम्र का बच्चा है, अगर आप उसको कोई भी व्हीकल चलाने के लिए देते हैं तो 4 सजाएं होती हैं उसमें, एक पनिशमेंट नहीं, उसमें 4 हैं। सबसे पहला जो ओनर है उस व्हीकल का, जो मालिक है, गार्डियन है, उसको 3 साल तक की सजा कोर्ट कर सकते हैं। दूसरा 25,000 रुपये फाइन होता है उसमें, 25,000 रुपये। तीसरा, जो व्हीकल वो बच्चा चला रहा है उसकी आरसी 12 महीने के लिए कैंसिल कर दी जाएगी, यानी कि 1 साल तक आप उसको रोड पे लेके नहीं आ सकते दोबारा। और 1 साल में अगर व्हीकल खड़ा रहे तो उसको जंग लग जाता है, वो ऐसे ही खत्म हो जाता है, यानी वो व्हीकल खत्म। चौथा, जो बच्चा गाड़ी चला रहा है उसको वैसे 18 साल की एज में लाइसेंस मिलना था, फिर 25 साल की एज में जाकर मिलेगा। एक 16 साल की एज में लाइसेंस बनता है। वो क्या होता है, जिस व्हीकल की क्यूबिक कैपेसिटी आरसी के ऊपर मेंशन होता है, रजिस्ट्रेशन के ऊपर क्यूबिक कैपेसिटी सीसी 50 सीसी या उससे नीचे है, 16 साल का बच्चा है, 16 से लेकर 18 साल तक वो चला सकता है। इसलिए ध्यान रखें, 18 साल से कम उम्र का बच्चा अगर कोई भी आपके घर पे है, आप उसको गाड़ी बिल्कुल भी ना दें। ये विशेष ध्यान रखें, बहुत जरूरी सूचना है ये। ਇਸ ਵਿੱਚ ਵਾਹਨ ਦੇ ਮਾਲਿਕ ਨੂੰ 3 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਉੱਥੇ 25,000 ਰੁਪਏ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ 1 ਸਾਲ ਲਈ ਕੈਂਸਲ ਕਰ ਦਿੱਤਾ ਜਾਵੇਗਾ। ਉੱਥੇ ਜੋ ਨਾਬਾਲਿਗ ਗੱਡੀ ਚਲਾ ਰਿਹਾ ਹੈ ਉਸ ਦਾ ਲਾਇਸੈਂਸ 18 ਸਾਲ ਦੀ ਬਜਾਏ 25 ਸਾਲ ਦੀ ਉਮਰ ਵਿੱਚ ਜਾ ਕੇ ਬਣੇਗਾ। 50 ਸੀਸੀ ਵੱਲੋਂ ਘੱਟ ਦੇ ਵਾਹਨ ਨੂੰ 16 ਸਾਲ ਤੱਕ ਦੀ ਉਮਰ ਦਾ ਬੱਚਾ ਚਲਾ ਸਕਦਾ ਹੈ। ਇਸ ਤੋਂ ਵੱਡੀ ਕੈਪੈਸਿਟੀ ਦੇ ਵਾਹਨ ਨੂੰ ਚਲਾਉਣ ਲਈ ਉਮਰ 18 ਸਾਲ ਹੋਣਾ ਲਾਜ਼ਮੀ ਹੈ। ਸਾਲ 2020 ਵਿੱਚ ਚੰਡੀਗੜ੍ਹ ਵਿੱਚ 50 ਅਜਿਹੇ ਸੜਕੀ ਹਾਦਸੇ ਹੋਏ ਜਿਨ੍ਹਾਂ ਵਿੱਚ 53 ਲੋਕਾਂ ਦੀ ਜਾਨ ਚਲੀ ਗਈ ਸੀ। ਬੀਤੇ ਸਾਲ 92 ਸੜਕ ਹਾਦਸਿਆਂ ਵਿੱਚ 94 ਲੋਕਾਂ ਦੀ ਮੌਤ ਹੋਈ। ਆંકੜਿਆਂ ਮੁਤਾਬਿਕ ਜ਼ਿਆਦਾਤਰ ਸੜਕ ਹਾਦਸਿਆਂ ਵਿੱਚ ਟੂ ਵੀਲਰ ਚਾਲਕਾਂ ਤੇ ਸਵਾਰੀਆਂ ਦੀ ਮੌਤ ਹੋਈ। ਉੱਥੇ ਹੀ ਗੱਲ ਕਰੀਏ ਸਾਲ 2021 ਵਿੱਚ ਕੁੱਲ 92 ਸੜਕ ਹਾਦਸਿਆਂ ਵਿੱਚੋਂ 51 ਓਵਰ ਸਪੀਡ ਅਤੇ 18 ਉਤਾਵਲੇਪਨ ਅਤੇ ਲਾਪਰਵਾਹੀ ਭਰੇ ਡਰਾਈਵਿੰਗ ਅਤੇ 3 ਗਲਤ ਸਾਈਡ ਵਿੱਚ ਵਾਹਨ ਚਲਾਉਣ ਦੇ ਕਾਰਨ ਹਾਦਸੇ ਹੋਏ। 10 ਜਾਨਲੇਵਾ ਹਾਦਸਿਆਂ ਵਿੱਚ ਆਰੋਪੀ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਪਾਏ ਗਏ। ਸ਼ਰਾਬ ਦੇ ਨਸ਼ੇ ਵਿੱਚ ਟ੍ਰੈਫਿਕ ਲਾਈਟ ਪੁਆਇੰਟ ਜੰਪ ਕਰਨ ਦੇ ਚੱਲਦਿਆਂ ਇਹ ਹਾਦਸੇ ਹੋਏ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਅੱਤ ਦੀ ਗਰਮੀ ਪੈ ਰਹੀ ਹੈ ਤੇ ਨਇਆ ਗਾਉਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਲੋਕ ਰਹਿ ਰਹੇ ਨੇ ਤੇ ਉੱਥੇ ਪੀਣ ਨੂੰ ਪਾਣੀ ਹੀ ਨਹੀਂ ਮਿਲ ਰਿਹਾ, ਜਿਸ ਦੇ ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ। ਉਹਨਾਂ ਨੇ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਵੀ ਕੀਤਾ ਤੇ ਨਾਲ ਹੀ ਜੇਈ ਦੇ ਨਾਲ ਬਹਿਸਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ। ਇੰਨੀ ਗਰਮੀ ਤੇ ਲਗਾਤਾਰ ਪਾਰਾ ਵੱਧਦਾ ਜਾ ਰਿਹਾ ਹੈ, ਇਸ ਦੇ ਬਾਵਜੂਦ ਵੀ ਨਇਆ ਗਾਉਂ ਦੇ ਲੋਕਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ, ਜਿਸ ਨੂੰ ਲੈ ਕੇ ਨਇਆ ਗਾਉਂ ਦੇ ਰਹਿਣ ਵਾਲੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿੱਥੇ ਇਕੱਠਾ ਹੋ ਕੇ ਨਇਆ ਗਾਉਂ ਨਗਰ ਕੌਂਸਲ ਦੇ ਦਫ਼ਤਰ ਦਾ ਘਿਰਾਓ ਕੀਤਾ ਤੇ ਇਸ ਦੌਰਾਨ ਜੇਈ ਨਾਲ ਮੁਜ਼ਾਹਰਾਕਾਰੀਆਂ ਦੀ ਬਹਿਸਬਾਜ਼ੀ ਵੀ ਹੋ ਗਈ ਤੇ ਇਹ ਤਸਵੀਰਾਂ ਇਸ ਗੱਲ ਦੀਆਂ ਗਵਾਹੀ ਹਨ। ਲੋਕਾਂ ਦਾ ਕਹਿਣਾ ਸੀ ਕਿ ਇੱਥੇ 10 ਤੋਂ 12 ਦਿਨ ਹੋ ਗਏ ਪਰ ਏਰੀਆ ਦੇ ਵਿੱਚ ਪਾਣੀ ਦੀ ਦਿੱਕਤ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਉਹ ਕਈ ਵਾਰ ਅਧਿਕਾਰੀਆਂ ਨੂੰ ਵੀ ਲਿਖ ਚੁੱਕੇ ਹਨ ਤੇ ਦੱਸ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਦਾ ਨਜ਼ਰ ਆ ਰਿਹਾ ਤੇ ਅਧਿਕਾਰੀ ਕਹਿੰਦੇ ਹਨ ਕਿ ਇੱਥੇ ਟਿਊਬਵੈਲ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਪਾਣੀ ਦੀ ਦਿੱਕਤ दूर हो जाएगी। नया गाँव नगर कौंसिल का घेराव वार्ड नंबर 14 और उसके आसपास रहने वाले लोगों ने करा है।
क्योंकि लगभग 12 से 15 दिन हो गए पानी रुक रुक के या आ ही नहीं रहा है। टैंकर मंगवा के हमारे लोग गुजारा कर रहे हैं। हम मौके पे हमने धरना दिया हुआ है, जय साहब मौके पे आके कोई आश्वासन नहीं दे रहे, अपने कमरे में आकर के बैठ गए हैं। पिछले कई समय से इनको फ़ोन कर करके आश्वासन बोला जा रहा है कि भी पानी की समस्या हमारी हल करो। इनके बाशिंदे, इनके जो लोग रखे गए हैं, कोई फ़ोन का क्लियर जवाब नहीं देते। कोई कहता है जय साहब ने मना किया है, जय साहब कहते हैं कि भी मैंने इनको मना ही नहीं किया है, जय साहब फ़ोन नहीं उठाते मौके पे। अभी भी लोग धरने पे बैठे हैं, जय साहब अपने कमरे में बैठे हैं नगर कौंसिल दफ्तर में, लेकिन उनको जनता के तरफ से कुछ लेना देना नहीं है। नया गाँव के लोग पानी की समस्या में सबसे ज़्यादा परेशान है। यहाँ के लोगों को पता ही नहीं है कि भी कब पानी आना है, कब नहीं आना है। इनका कितने समय से परेशानी आ रही है? पिछले 12-15 दिन से लगातार पानी नहीं आ रहा है। समस्या तो सर काफ़ी समय से आ रही है, लेकिन अभी लगातार समस्या आ रही है। इनको फ़ोन भी किया गया कि हाँ भाई आप आके कंट्रोल करो इस प्रॉब्लम को। जनता परेशान हो रही है, छोटे छोटे बच्चे हैं, आपको पता ही है गर्मी कितनी है। 41-41 डिग्री, 43-43 डिग्री टेम्परेचर जा चुके हैं और पानी है नहीं है। आम बंदा करे क्या? ਦੱਸ ਦਈਏ ਕਿ ਨਗਰ ਕੌਂਸਲ ਦੇ ਖਿਲਾਫ ਨਇਆ ਗਾਂਵ ਦੇ ਲੋਕੀ ਜਿੱਥੇ ਮੁਜ਼ਾਹਰਾ ਕਰਦੇ ਹੋਏ ਨਜ਼ਰ ਆਏ ਤੇ ਉੱਥੇ ਹੁਣ ਅਧਿਕਾਰੀਆਂ ਨੇ ਲੋਕਾਂ ਦਾ ਗਿਆਪਨ ਲੈ ਕੇ ਆਸ਼ਵਾਸਨ ਦੇ ਦਿੱਤਾ ਹੈ ਕਿ ਛੇਤੀ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਏਗਾ ਤੇ ਉਸ ਤੋਂ ਬਾਅਦ ਲੋਕ ਸ਼ਾਂਤ ਹੋ ਗਏ। ਪਰ ਵੇਖਣਾ ਹੋਏਗਾ ਕਿ ਲੋਕਾਂ ਦੇ ਘਰਾਂ ਤੱਕ ਕਦੋਂ ਬਿਨਾਂ ਕਿਸੇ ਦਿੱਕਤ ਤੋਂ ਪਾਣੀ ਦੀ ਪਹੁੰਚ ਹੁੰਦੀ ਹੈ ਤੇ ਗਰਮੀ ਤੋਂ ਰਾਹਤ ਮਿਲਦੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਅਰਸ਼ਦੀਪ ਸਿੰਘ ਨੇ ਮੋਹਾਲੀ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ। ਇੰਡੀਅਨ ਟੀਮ ਦੇ ਵਿੱਚ ਉਹ ਸਿਲੈਕਟ ਹੋ ਗਏ ਨੇ। ਇਸ ਦੇ ਚੱਲਦਿਆਂ ਉਹਨਾਂ ਦੇ ਕੋਚ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤੇ ਜਾਣਦੇ ਹਾਂ कि इस खुशी के मौके ਦੇ ਉਹਨਾਂ ਦੇ ਪਰਿਵਾਰ ਦਾ ਕੀ ਕੁਝ ਕਹਿਣਾ। भारतीय क्रिकेट टीम की इस जर्सी को पहनने के लिए काफ़ी युवा पसीने बहाते हैं, लेकिन हर किसी की किस्मत में ये जर्सी पहनना नहीं होता। मोहाली खरड़ के अर्शदीप अब ये जर्सी पहनेंगे और साउथ अफ्रीका के खिलाफ उनका सिलेक्शन हुआ है। अभी तक IPL में उनका बढ़िया प्रदर्शन हमें देखने को मिला है। राइट आर्म फास्ट बॉलर हैं, उनके पेरेंट्स हमारे साथ हैं, लगातार खुशी का माहौल है घर में। माता पिता, जब से आपने ये सुना पहली बार आपको कब पता चला सिलेक्शन हुआ? अर्शदीप ने खुद फ़ोन किया था आपको? जी ਉਹਦਾ ਫੋਨ ਆਇਆ ਸੀਗਾ ਤਾਂ ਮੈਂ ਸੋਚਿਆ ਕਿ ਸ਼ਾਇਦ ਐਜ਼ ਯੂਜ਼ੁਅਲ ਜੋ ਹੈ ਜਦੋਂ ਵੀ ਉਹ ਖੇਲਣ ਜਾਂਦੇ IPL ਦਾ ਮੈਚ ਤਾਂ ਫੋਨ ਕਰਦਾ, ਤਾਂ ਮੈਂ ਸੋਚਿਆ ਉਸੇ ਸੰਪਰਕ 'ਚ ਹੋਏਗਾ। लेकिन फिर बाद में ਦੱਸਿਆ कि पापा जी बधाई हो आपको कि मैं सिलेक्ट हो गया हूँ इंडिया टीम में। तो फिर जो इमोशंस वो एक्सप्लेन नहीं किए जा सकते। तो फिर असी क्रिकेट खेल रहे थे, बाकी मेरिया 2 टीमां से साढ़े मैच चल रहे थे, फिर सारे ने बड़ा सैलीब्रेट किया और एक दूजे को ग्रीट किया, बड़ा अच्छा लगा। फिर जैसे वो फ़ोन आया था पहली प्रतिक्रिया क्या थी? ऐसा लग रहा था कि मजाक कर रहा है अर्शदीप, क्योंकि IPL तो वो ऑलरेडी खेल रहा है, काफ़ी अच्छा प्रदर्शन कर रहा था, कंटिन्यू अंडर 19 में भी अच्छा प्रदर्शन किया था, कि आपको हो गया था भरोसा कि नहीं अर्शदीप अभी ये करके दिखाएगा? नहीं, मजाक वाली बात नहीं थी, लेकिन उसने जब कांग्रेस किया तो मैं पूछा कि बेटे क्या बात है, काहे की कांग्रेस दे रहा है? तो फिर कहता कि सिलेक्शन हो गई है। तो लेकिन क्योंकि परफॉर्मेंस के बेस पे कुछ उम्मीदें थी हमें कि, और ये भी पता था कि मीडिया से कि आज सिलेक्शन कमेटी की मीटिंग चल रही है, तो आस तो थी लेकिन कंफर्म नहीं था। तो फिर जब बेटे ने बताया तो फिर बहुत खुशी हुई सुन के, क्योंकि हर एक प्लेयर का, हर एक पेरेंट्स का ये एक एम होता है कि उनका बच्चा जो है देश के लिए खेले, यही सबसे बड़ा। तो बहुत ही अच्छा लगा, बड़ा खुशी। अर्शदीप की मदर भी हमारे साथ हैं। मैम, आपका पहला रिएक्शन क्या था कि अर्शदीप का सिलेक्शन हो गया इंडियन टीम में? ਮੈਨੂੰ ਅਰਸ਼ਦੀਪ ਦੀ ਕਾਲ ਆਈ ਸੀ, ਉਹ ਬੱਸ 'ਚ ਬੈਠਾ ਜਾ ਰਿਹਾ ਸੀ ਤੇ ਕਹਿੰਦਾ ਮੰਮਾ ਸਤਿ ਸ਼੍ਰੀ ਅਕਾਲ। ਮੈਂ ਕਿਹਾ ਸਤਿ ਸ਼੍ਰੀ ਅਕਾਲ ਬੇਟਾ। ਕਹਿੰਦਾ ਕੀ ਕਰਦੇ? ਮੈਂ ਕਿਹਾ ਕੁਝ ਨਹੀਂ, ਬੈਠੀ ਸੀ, ਮੈਂ ਗੁਰਦੁਆਰਾ ਸਾਹਿਬ ਤੋਂ ਆਈ ਸੀ। ਤੇ ਉਹ ਕਹਿੰਦਾ ਮੰਮਾ ਵਧਾਈ ਹੋਵੇ। ਮੈਂ ਕਿਹਾ ਤੈਨੂੰ ਵਧਾਈ ਹੋਵੇ। ਮੈਂ ਕਿਹਾ ਕਾਦੀ ਵਧਾਈ ਦੇ ਰਿਹਾ? ਕਹਿੰਦਾ ਮੰਮਾ ਟੀਮ 'ਚ ਨਾਮ ਆ ਗਿਆ ਮੇਰਾ। ਪਿੱਛੇ ਲੜਕੇ ਖੜੇ ਸੀ, ਉਹ ਸੀ ਬਰਾੜ ਸੀ, ਬਲਤੇਜ ਸੀ, ਸਾਰੇ। ਆਂਟੀ ਜੀ ਪਾਰਟੀ ਬਣ ਗਈ, ਗ੍ਰੈਂਡ ਪਾਰਟੀ ਕਰੋਗੇ ਹੁਣ ਤਾਂ? ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਆ ਜਾਓ, ਮੈਂ ਪਾर्टी कर दूंगी। और CM भगवंत मान ने भी लगातार सोशल मीडिया पे अपने फेसबुक हैंडल पे अर्शदीप की फ़ोटो शेयर की है। लगातार आपके घर में मीडिया वालों का आना भी जारी है। किस तरह से देखते हैं इस खुशी के मंजर को और अपने हार्डवर्क को? उस टाइम आपने काफ़ी हार्डवर्क भी किया था अर्शदीप के लिए। हाँ सर, हार्डवर्क तो किया मैंने, बहुत हार्डवर्क किया। बच्चों के लिए करना पड़ता है ना, हर पेरेंट्स करता है, मैं अकेली ने नहीं किया। जितने भी आज तक बड़े बड़े प्लेयर आए सभी के पेरेंट्स ने किया होगा ऐसे ही। तो बहुत अच्छा लग रहा है, जैसे सभी की कॉल आ रही है, मैसेज आ रहे हैं, बहुत खुशी हो रही है कि हम वो बयान नहीं कर सकते कि कितनी खुशी हो रही है। खुशी से कभी कभी तो ऐसे मन भर भी जाता है कि हम इतना सोचा नहीं था जितना भगवान ने दे दिया हमें। बहुत अच्छा लग रहा है। सर, आप खुद क्रिकेट खेलते रहे हैं, आप भी क्रिकेटर रहे हैं, कहाँ तक आपने खेला है और कैसे आपने प्रमोट किया अर्शदीप को क्रिकेट के लिए?
हाँ, मैं तो इंटर डिस्ट्रिक्ट खेला हूँ गुरदासपुर की तरफ से, और हो गया हेलो तो वो फिर क्योंकि मेरी ख्वाहिशें जी अधूरी रह गई, पूरी कंप्लीट नहीं हुई, और कई रिस्पॉन्सिबिलिटीज़ थी, तो मैंने फिर जो जॉब ज्वाइन कर ली तो क्रिकेट मेरे को डिसकंटिन्यू हो गया। लेकिन मेरी उम्मीद थी कि मेरी होप थी कि मैं अपने बच्चों से जो मेरी ख्वाहिशें जो अधूरी रह गई वो पूरी हो। तो फिर अर्शदीप का जब मैंने देखा कि इसके अंदर टैलेंट है, लग रहा है, तो मैंने फिर इसको कोचिंग दिलवाना चाहा। तो पहले इनिशियल स्टेज पे जो 9 साल का 8 साल का होगा तब इसको एक कोचिंग ज्वाइन कराई, लेकिन उसको कंटिन्यू नहीं कर पाया क्योंकि ट्रांसफरेबल जॉब थी। तो लेकिन जो भी देख रेख थी वो फिर मैडम करते थे, तो उसको लेके जाना एकेडमी में, वापस लेके आना। लेकिन फिर उसके बाद क्यों कंटिन्यू नहीं कर पाए, और फिर सेक्टर 19 में गए एकेडमी में, वहाँ कुछ देर लगाई, लेकिन फिर उस तो बाद कंटिन्यू नहीं कर पाए। फिर किसी ने गाइड किया हमें, दोस्तों ने, कि आप इसको GNPS 36 एकेडमी है क्रिकेट की, तो वहाँ करवाओ। तो फिर इसको वहाँ पे लेके गए, और वहाँ पे इनका जो मेल है जसवंत राय सर नाल होया। तो फिर उन्होंने 13 साल की उम्र थी लगभग जब जसवंत राय जी के पास गया। फिर उन्होंने इनको जितने भी इनके बेसिक, इनके जो भी कमियां पेशी थी, पूरी क्लियर किया। तो फिर पंजाब की तरफ से अंडर 16, अंडर 19 वगैरह खेला। लेकिन जब भी कोई बच्चा जो नवा जब ज्वाइन करता है तो मोस्ट प्रॉब्ली सीनियर को ज़्यादा मौका मिलता है। तो कई बार मौका मिलता था, कई बार नहीं मिलता था। जब भी मिलता था तो क्लिक करता था, किस्मत साथ देती थी हमेशा इसकी। लेकिन जब फिर मैं पहले भी बताया कि अप्स डाउन जो प्लेयर के अंदर जरूर आते हैं, हर एक के आते हैं। तो इसमें भी एक ऐसा आया जब प्रॉपर मौका नहीं मिला, तो क्योंकि हर एक पेरेंट्स को होता है कि फ्यूचर सिक्योर होना चाहिए, फ्यूचर सिक्योरिटी बहुत ज़रूरी है। लेकिन वो परमात्मा ने कृपा किया कि बड़े बेटे को हमने कनाडा में भेज दिया, और इसकी थोड़ी जो सुपरविजन हमने शुरू कर दी। तो लेकिन जब वो अप्स डाउन आए तो फिर मैं भी थोड़ा जा डोल गया उसमें कि अभी क्या किया जाए, इसको कनाडा भेज दिया जाए। तो जब इससे बात किया तो ये बोला कि आप मुझे ना पापा 1-1.5 साल दे दो, तो मैं पूरी ट्राई करता हूँ। तो इसने फिर खूब मेहनत की, और इसके कोच ने जो है काफ़ी इसको गाइड किया, बूस्ट किया। और इसने उस साल फिर जो इसने प्रॉमिस किया था, लगभग 18 साल की उम्र थी, तो इसने इंटर डिस्ट्रिक्ट में काफ़ी अच्छी विकेट्स लिए। फिर इंटर स्टेट हुआ सिलेक्शन, फिर उसके बाद इंटर जोनल, और जो चैलेंजर ट्रॉफ़ी होती है, तो 100 जोन के ख़िलाफ़ इसने 5 से या 6 विकेटें ली। तो वहाँ से इसका जो है सारा प्लान चेंज हुआ। तो फिर उसके बाद इसकी सिलेक्शन जो है एशिया कप मलेशिया के लिए हुई, फिर वर्ल्ड कप जो न्यूजीलैंड में हुआ था अंडर 19 उसके लिए हुई, और अच्छा परफॉर्म किया। उस तो बाद फिर कैरियर जो IPL कैरियर भी जरा शुरू हो गया। अच्छा मैम, आपके पास मैं आऊँगा। सर ने अपने बताया कि उनकी ट्रांसफरेबल जॉब थी, वो टाइम नहीं दे पाते थे। आप एकेडमी में लेके जाते थे अर्शदीप को, और साइकिल में बिठा के लेके जाते थे। क्या उम्र थी अर्शदीप की, और उस टाइम क्या सोचा था आपने? 13-14 साल का था उस टाइम। तो सोचा तो यही था कि हम मेहनत कर रहे हैं, इसको लेके जाते हैं, ये भी कुछ करे आगे, है ना। तो वो मेहनत पूरी कर रहा था। मैं जैसे स्कूल से लेके आती थी, पहले तीनों बच्चों को लेके आना, 2 बैग उठाने एक साइड में, एक उधर, क्योंकि जो थोड़ा वीक होता था, छोटे होते ना, तो बैग लेके आने, इसको घर पे ला के फटाफट यूनिफॉर्म चेंज करनी, टिफ़िन रेडी होता था, साइकिल निकालना फटाफट, चलो बैठो, किट अपनी उठाओ, और पीछे बैठे बैठे ये खाना खा लेता था। मैं अपना खाना साथ में ले जाती थी, मैं उधर बाहर पार्क में बैठ के खा लेती थी। तो इसको लेके वापस आती थी, फिर आके थोड़ा बहुत इसका होमवर्क करा देना, क्योंकि तीनों बच्चों मेरे पास थे, ये तो बाहर ही रहते थे ज़्यादा। तो जितनी मैंने मेहनत की उससे ज़्यादा उसने की है, और उसको मेहनत का फल मिला है, और साथ में मेरे को भी मिला है। कहाँ से कहाँ तक आप लेके जाते थे, और जब लेके जाते थे कितने साल तक आप लेके गए? साइकिल पे लगातार अब प्रैक्टिस के लिए लेके जा रहे हैं अर्शदीप को, और लेके आ रहे हैं? चंडीगढ़ में ही थे हम उस टाइम, 7 सेक्टर में रहते थे। 7 से 26 भी जाती रही, 19 भी जाती रही, और 7 से फिर मैं 36 में भी लेके जाती रही इसको। तो 4-5 साल लेके गई हूँ। फिर उसके बाद हम खरड़ आ गए, उसके बाद खुद साइकिल पे जाने लगा। बस में जाता था, लेकिन बस में आते आते इसको नींद आ जाती, थक के आता था। ऐसे ही एक दिन बैठा था, तो साथ में एक लड़की बैठी थी, इसको नींद आई, इसका सिर उसके कंधे पे चला गया, तो वो उसने इसको हिला दिया पकड़ के, बोली अगर तेरे को ज़्यादा नींद आ रही तो अच्छे से सोला मेरे कंधे पे। तो उसके बाद इसने सोचा कि मैंने आज के बाद बस में नहीं जाना, साइकिल में जाऊंगा, किसी के ऊपर तो नहीं गिरूंगा, पता नहीं क्या बोल देगा कोई मेरे को। फिर जो साइकिल पे ही जाता था, कभी साइकिल ख़राब भी हो जाता था, पैदल ही चले जाता था, एकेडमी तक पहुँच जाता था, वो सर ने बताया भी था पहले। तो जुनून इसमें बहुत है, और बढ़िया कर रहा है, ऐसे ही करता रहे, बस यही इच्छा है मेरी। तो
अपने देश का नाम रोशन करता रहे ऐसे ही। सर आपके बारे में पता चला कि आप अर्शदीप को स्पेशल प्रैक्टिस के लिए खुद लेके जाते थे और उसके साथ स्प्रिंट लगाते थे। जी ये थोड़ा जो ना मतलब कि लगता लेजी लगता था मेरे को, तो मेरे में बहुत अग्रेसिव भी, मेरा कहना मतलब ये है कि कोई भी प्लेयर तभी 100% दे पाएगा अगर वो फिजिकली फिट है और स्टेमिना है, तो मैं उस पर ज़्यादा ध्यान देता था। तो इसको मोटिवेट करने के लिए खास के कोरोना दौर में ना, और अंडर 19 जब इसने खेलने जाना था तो फिर मैं खालसा स्कूल के ग्राउंड में ले जाता था, इसके साथ स्प्रिंट लगाता था ताकि इसको मोटिवेशन मिले कि मेरे पापा दौड़ रहे हैं, और देखती है वहाँ पब्लिक भी होती है तो देखेगी तो ऑटोमेटिक इसको मोटिवेशन मिलता था। तो इसकी जो मदर है वो साड़ी वीडियो बनाती थी, तो हार तो मैं जाता था एक आधे स्टेप से, लेकिन इसको अच्छी टक्कर देता था। तो उससे फिर इसका मैंने स्टेमिना काफ़ी किया। इसको मैं डांटता भी था कई बार, तो डांटना तो इसको गुस्सा आ जाना, इसने रात को 12 बजे टॉप फ्लोर पे चढ़ के फिर इसने एक्सरसाइज करनी 1-2 घंटा लगा के, म्यूजिक लगा के उच्ची सारी, तो वो करता था। तो फिर उसको पॉजिटिव वे लेता था वैसे भी जब भी मैं इसको डांटता था। तो मेरा में यही होता था कि इसकी फिटनेस, क्योंकि कभी भी जो प्लेयर है ना, चाहे बैट्समैन है चाहे बॉलर है, अगर उसका स्टेमिना नहीं है उसकी वजह से अगर वो परफॉर्म ना कर पाए तो ये बहुत बड़ी, और जो स्टेमिना है ये प्लेयर के अपने उसमें है, उसके अंदर है, उसके कैपेसिटी में है, ये किसी पे डिपेंड नहीं है। किसी का स्टेमिना होना उसकी अपनी इंडिविजुअल की वो है, तो वो स्टेमिना हमेशा हर एक प्लेयर का जो है अच्छा होना चाहिए, तो बहुत काउंट करता है। मैम आईपीएल का सीज़न अब खत्म होने को है, लगातार फाइनल मैचेस हैं, तो अगर हर्षदीप घर आएगा तो सबसे पहले आप क्या करेंगे? क्या ऐसा कुछ सोचा है आपने? बस ऐसा सोचा है, एयरपोर्ट पे पहले तो लेने जाएंगे। मैंने जो सोच रखा है, मैं तो ढोली भी लेके जाऊंगी साथ में, उधर ढोल बजाएंगे साथ में 2-4 गाड़ियाँ और भी लेके जाएंगे, रिश्तेदार जहाँ कोई जान पहचान वाले सब स्वागत के लिए लेके जाएंगे। और जब आएगा पटाखे फोड़ेंगे, मिठाई खिलाएंगे सबको, भंगड़ा भी डालेंगे ढोल के साथ, तो फिर उसको अच्छे से प्यार करूँगी, गले लगाऊंगी। हाँ, मैं बात बीच में एक टोक रही हूँ, जैसे ये एक स्पिंटर लगाते थे ना, उसमें जाके तो बोलता था मम्मी बापू च बड़ी जान है जे चाहे हार जाते हाँ हार जाता था, नहीं आंदा जान के हार दे मेरे को, ऐसे हारने वाले है नहीं बापू, मेरा आंदा स्ट्रॉन्ग है जे ऐसे बोलता था आके मेरे को। तो बहुत अच्छा लग रहा है। अब वेट कर रही हूँ कि कब उसकी कॉल आए कि मम्मा मेरी इतने बजे फ़्लाइट है, अब मैं पहुँचूँगा, उसका इंतज़ार हो रहा है बहुत बेसब्री से। हाँ जी सर, काफ़ी पेरेंट्स ये इंटरव्यू देख रहे होंगे पंजाब केसरी जगबानी टीवी पे, उन पेरेंट्स को क्या कहना चाहेंगे जो बच्चों को स्पोर्ट्स में जो अच्छे होते हैं लेकिन किसी ना किसी प्रेशर से और कहीं ना कहीं डामाडोल भी हो जाते हैं, जैसे आप भी कह रहे थे कि एक बार आप भी हो गए थे, उनको क्या कहना चाहेंगे? ऐसा है ना, हमारे कंट्री में कह लो, हमारे स्टेट में कह लो कि फ्यूचर सिक्योरिटी देखनी पड़ती है ना, हमारा ये फ्यूचर सिक्योरिटी करके भी पेरेंट्स को बड़ा तो है डिफ़िकल्ट है कि उन करना कि इसको आप प्लेयर बना दें। तो सब तो पहले ਜਿਹੜਾ है बच्चे ਦੇ ਵਿੱਚ पैशन होना चाहिए ताकि उसको बोलना ना पड़े कि उठो बेटे ग्राउंड में चलो, ये चलो वो चलो, रनिंग करो, है ना। तो नंबर 1 उसमें वो होना चाहिए। और उसके बाद उसके अंदर टैलेंट जो है, टैलेंट होना चाहिए, ठीक है जी। वो कोच बताएगा जो भी बताएगा, या पेरेंट्स अगर उतरे हैं तो उसके बाद फिर पेरेंट्स की उसकी सपोर्ट होनी चाहिए, ठीक है जी। जब वो टैलेंट होगा, बच्चे में पैशन होगा, तो फिर पेरेंट्स उसकी अगर सपोर्ट करते हैं तो ऑटोमेटिक वो सफल होगा ज़िंदगी में। ये ज़रूरी है जो मेरे मुताबिक है कि बच्चे में पैशन हो, टैलेंट हो और माँ प्यो की सपोर्ट हो, तो बच्चा ज़रूर किसी न किसी दिन अपने पहुँचेगा। तो ये है अर्शदीप के माता पिता, काफ़ी इन्होंने बातें भी बताई, अर्शदीप कैसे प्रैक्टिस करता था लगातार और खुद पेरेंट्स का उन्हें सपोर्ट भी रहता था, और अब उसके स्वागत की तैयारियां भी पेरेंट्स के द्वारा की जा रही हैं। कैमरामैन जशन के साथ भगवत सिंह, पंजाब केसरी जगबानी टीवी, मोहाली खरड़। रुख मौसम ਵੱਲ ਕਰ ਲੈਂਦੇ ਆ ਤਾਂ ਗਰਮੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਬੀਤੇ ਦਿਨੀ ਰਾਤ ਨੂੰ ਮੀਂਹ ਪਿਆ, ਜਿਸ ਦੇ ਨਾਲ ਠੰਡੀਆਂ ਹਵਾਵਾਂ ਚੱਲੀਆਂ ਤਾਂ ਲੋਕਾਂ ਨੂੰ ਥੋੜੀ ਰਾਹਤ ਮਿਲੀ, ਪਰ ਫਿਰ ਤੋਂ ਪਾਰਾ ਵੱਧਦਾ ਹੀ ਜਾ ਰਿਹਾ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 39.5 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇਨਾ ਹੀ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।